Welcome to the lecture of Workshop Technology 1 of third semester. My name is Amit Verma from Mechanical Department in Satyam Group of Institute. ਸੋ ਅੱਜ ਦਾ ਜੋ ਟੌਪਿਕ ਹੈ ਆਪਾਂ ਜੋ ਪ੍ਰੀਵੀਅਸ ਲੈਕਚਰ ਦੇ ਅੰਦਰ ਜੋ ਸੁਣਿਆ ਆਪਾਂ ਰੈਜ਼ਿਸਟੈਂਸ ਵੈਲਡਿੰਗ ਦੇ ਬਾਰੇ ਗੱਲ ਕੀਤੀ ਸੀ। ਹੁਣ ਆਪਾਂ ਵੈਲਡਿੰਗ ਦੇ ਬਾਰੇ ਗੱਲ ਕਰਨੀ ਹੈ ਕਿ ਸਪੌਟ ਵੈਲਡਿੰਗ ਕੀ ਹੁੰਦੀ ਹੈ, ਕਿਉਂਕਿ ਸਪੌਟ ਵੈਲਡਿੰਗ ਹੀ ਇੱਕ ਰੈਜ਼ਿਸਟੈਂਸ ਵੈਲਡਿੰਗ ਦਾ ਇੱਕ ਪਾਰਟ ਹੈ। ਕਿਉਂਕਿ ਜੋ ਪ੍ਰਿੰਸੀਪਲ ਆਪਾਂ ਰੈਜ਼ਿਸਟੈਂਸ ਵੈਲਡਿੰਗ ਦੇ ਅੰਦਰ ਗੱਲ ਕੀਤੀ ਹੈ ਉਹੀ ਪ੍ਰਿੰਸੀਪਲ ਆਪਾਂ ਸਪੌਟ ਵੈਲਡਿੰਗ ਦੇ ਅੰਦਰ ਯੂਜ਼ ਕਰਦੇ ਹਾਂ। ਠੀਕ ਹੈ, ਸੇਮ ਪ੍ਰਿੰਸੀਪਲ ਆ, ਵਰਕਿੰਗ ਵੀ ਸੇਮ ਆ। ਤੁਹਾਨੂੰ ਇਹ ਸਿਲੇਬਸ ਦੇ ਵਿੱਚ ਹੈ ਕਿ ਰੈਜ਼ਿਸਟੈਂਸ ਵੈਲਡਿੰਗ, ਠੀਕ ਹੈ, ਸਪੌਟ ਵੈਲਡਿੰਗ, ਠੀਕ ਹੈ। ਸੋ ਟਰਨ ਬਾਏ ਟਰਨ ਆਪਾਂ ਵੈਲਡਿੰਗਸ ਦੇ ਬਾਰੇ ਗੱਲ ਕਰੀ ਜਾਣੀ ਹੈ, ਮਗਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਪੌਟ ਵੈਲਡਿੰਗ ਦੇ ਅੰਦਰ। ਸੋ ਸਪੌਟ ਵੈਲਡਿੰਗ ਇਜ਼ ਅ ਰੈਜ਼ਿਸਟੈਂਸ ਵੈਲਡਿੰਗ ਪ੍ਰੋਸੈਸ। ਠੀਕ ਹੈ, ਸਿੰਪਲੀ ਇਹ ਕੀ ਹੈ, ਇੱਕ ਰੈਜ਼ਿਸਟੈਂਸ ਵੈਲਡਿੰਗ ਪ੍ਰੋਸੈਸ ਹੈ। ਦਿਸ ਵੈਲਡਿੰਗ ਪ੍ਰੋਸੈਸ ਇਜ਼ ਯੂਜ਼ ਟੂ primary for welding two or more metal sheets together by applying pressure and heat from an electric current to a welding area। ਸੋ ਵੈਲਡਿੰਗ ਪ੍ਰੋਸੈਸ ਨੂੰ ਯੂਜ਼ ਕੀਤਾ ਜਾਂਦਾ ਹੈ ਦੋ ਤੋਂ ਜ਼ਿਆਦਾ ਮੈਟਲ ਸ਼ੀਟਸ ਨੂੰ ਜੋੜਨ ਵਾਸਤੇ, ਠੀਕ ਹੈ, ਵਿਦ ਦੀ ਹੈਲਪ ਆਫ ਪ੍ਰੈਸ਼ਰ ਐਂਡ ਹੀਟ। ਸੋ ਕਿੱਦਾਂ ਵਰਕ ਕਰਦੀ ਹੈ ਸਪੌਟ ਵੈਲਡਿੰਗ, ਕਿੱਦਾਂ ਯੂਜ਼ ਕੀਤਾ ਜਾਂਦਾ। The process involves applying pressure and heat to the weld area using shaped alloy copper electrode which convey electrical current to a weld piece। ਸੋ ਜਿੰਨਾ ਵੀ ਪ੍ਰੋਸੈਸ ਇਹ ਯੂਜ਼ ਕਰਦੇ ਹਾਂ ਆਪਾਂ ਕੀ ਕਰਦੇ ਹਾਂ, ਇਹਦੇ ਅੰਦਰ ਪ੍ਰੈਸ਼ਰ ਐਂਡ ਹੀਟ ਨੂੰ ਅਪਲਾਈ ਕਰਕੇ ਵੈਲਡ ਏਰੀਆ ਜਨਰੇਟ ਕਰਦੇ ਹਾਂ, ਠੀਕ ਹੈ। ਸੋ ਇਹਦੇ ਅੰਦਰ ਕੀ ਹੁੰਦਾ, ਇਲੈਕਟ੍ਰੀਕਲ ਕਰੰਟ ਹੀ ਯੂਜ਼ ਕਰਕੇ ਆਪਾਂ ਵੈਲਡ ਕਰਦੇ ਹਾਂ। ਸੋ ਇਲੈਕਟ੍ਰੀਕਲ ਕਰੰਟ ਨੂੰ ਹੀਟ ਐਨਰਜੀ ਦੇ ਅੰਦਰ ਕਨਵਰਟ ਕਰਦੇ ਹਾਂ, ਠੀਕ ਹੈ। ਉਸ ਹੀਟ ਐਨਰਜੀ ਨੂੰ ਯੂਜ਼ ਕਰਕੇ ਵਿਦ ਦੀ ਹੈਲਪ ਆਫ ਪ੍ਰੈਸ਼ਰ ਉਸ ਵੈਲਡ ਨੂੰ ਆਪਾਂ ਜੋੜ ਦਿੰਦੇ ਹਾਂ। ਦੀ ਮਟੀਰੀਅਲ ਮੈਲਟ fusing the parts together at which point the current is turned off, pressure from electrodes maintain and molten nugget solidify to form the joints। ਸੋ ਇਹਦੇ ਅੰਦਰ ਕੀ ਹੁੰਦਾ ਆ, ਹਾਈ ਹੀਟ ਜਨਰੇਟ ਹੋਣ ਦੇ ਕਾਰਨ ਹਾਈ ਕਰੰਟ ਫਲੋ ਹੁੰਦਾ ਹੈ। ਹਾਈ ਕਰੰਟ ਫਲੋ ਹੋਣ ਦੇ ਨਾਲ ਮਟੀਰੀਅਲ ਦੇ ਅੰਦਰ ਰੈਜ਼ਿਸਟੈਂਸ ਪ੍ਰੋਡਿਊਸ ਹੁੰਦੀ ਹੈ। ਰੈਜ਼ਿਸਟੈਂਸ ਹੋਣ ਦੇ ਨਾਲ ਹਾਈ ਹੀਟ ਪ੍ਰੋਡਿਊਸ ਹੁੰਦੀ ਹੈ। ਸੋ ਉਹਦੇ ਨਾਲ ਕੀ ਹੁੰਦਾ ਕਿ ਮਟੀਰੀਅਲ ਵਰਕ ਪੀਸ ਮੈਲਟ ਹੋ ਜਾਂਦਾ ਹੈ, ਜਿੱਥੋਂ ਕਿ ਜੁਆਇੰਟ ਲੱਗਣਾ ਹੁੰਦਾ ਆ ਉੱਥੋਂ ਮੈਲਟ ਹੋ ਜਾਂਦਾ। ਸੋ ਜਦੋਂ ਹੀ ਮੈਲਟ ਹੁੰਦਾ ਹੈ ਉਸਨੂੰ ਫਿਊਜ਼ ਕਰਨ ਵਾਸਤੇ, ਦੋਨੋਂ ਮੈਟਲਸ ਨੂੰ ਫਿਊਜ਼ ਕਰਨ ਲਈ ਉਹਦੇ ਉੱਤੇ ਪ੍ਰੈਸ਼ਰ ਨੂੰ ਅਪਲਾਈ ਕਰਕੇ ਵੈਲਡ ਕੀਤਾ ਜਾਂਦਾ। ਸੋ ਆਪਣੇ ਕੋਲ ਡਾਇਗਰਾਮ ਆ ਪ੍ਰੈਸ਼ਰ ਨੂੰ ਅਪਲਾਈ ਕਰਕੇ, ਠੀਕ ਹੈ, ਇੱਕ ਜੁਆਇੰਟਸ ਨੂੰ। ਕਿਉਂਕਿ ਇਹ ਮੈਥਡ ਸਿਰਫ ਇੱਕ ਫਲੈਟ ਸਰਫੇਸਿਸ ਜੋ ਹੁੰਦੇ ਨਾ ਉਹਦੇ ਅੰਦਰ ਸ਼ੀਟਸ ਨੂੰ ਵੈਲਡ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਆ। ਕਾਪਰ ਇਲੈਕਟ੍ਰੋਡ ਯੂਜ਼ ਤਾਂ ਕੀਤਾ ਜਾਂਦਾ ਕਾਪਰ ਇਲੈਕਟ੍ਰੋਡਸ ਦਾ, ਕਿਉਂਕਿ ਕਾਪਰ ਇਲੈਕਟ੍ਰੋਡ ਦੇ ਅੰਦਰ ਹਾਈ ਇਲੈਕਟ੍ਰਿਕ ਕੰਡਕਟੀਵਿਟੀ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ। ਇਲੈਕਟ੍ਰੀਕਲ ਕੰਡਕਟੀਵਿਟੀ ਜ਼ਿਆਦਾ ਹੋਣ ਦੇ ਨਾਲ ਕਾਪਰ ਇਲੈਕਟ੍ਰੋਡ ਯੂਜ਼ ਕੀਤੇ ਜਾਂਦੇ ਆ। ਸੋ ਲਿਖਿਆ ਹੋਇਆ ਦੀ ਵੈਲਡਿੰਗ ਹੀਟ ਇਜ਼ ਜਨਰੇਟਡ ਬਾਈ ਦੀ ਇਲੈਕਟ੍ਰਿਕ ਕਰੰਟ which is transferred to the workpiece। Copper alloy electrode, copper is used for electrode as it has high thermal conductivity and low electrical resistance compared to the most other metal, ensuring that the heat is generated preferentially in the workpiece rather than the electrode। ਸੋ ਕਾਪਰ ਇਲੈਕਟ੍ਰੋਡ ਤਾਂ ਲਿਆ ਜਾਂਦਾ ਹੈ, ਸੋ ਇਹਦੇ ਅੰਦਰ ਕੀ ਹੁੰਦਾ ਹੈ, ਹਾਈ ਥਰਮਲ ਕੰਡਕਟੀਵਿਟੀ ਐਂਡ ਹਾਈ ਇਲੈਕਟ੍ਰੀਕਲ ਕੰਡਕਟੀਵਿਟੀ ਹੋਣ ਦੇ ਨਾਲ ਇਸ ਦੇ ਅੰਦਰ ਲੋ ਇਲੈਕਟ੍ਰੀਕਲ ਰੈਜ਼ਿਸਟੈਂਸ ਹੁੰਦੀ ਹੈ, ਜਿਸ ਦੇ ਨਾਲ ਕੀ ਹੁੰਦਾ ਕਰੰਟ ਜ਼ਿਆਦਾ ਫਲੋ ਹੁੰਦਾ ਆ, ਠੀਕ ਹੈ। ਇਹਦੇ ਅੰਦਰ ਜੋ ਇਲੈਕਟ੍ਰੋਨ ਫਲੋ ਹੁੰਦੇ ਆ ਕਰੰਟ ਦੇ ਉਹ ਬਹੁਤ ਜ਼ਿਆਦਾ ਹੁੰਦੇ ਆ, ਜਿਸ ਦੇ ਨਾਲ ਕੀ ਹੁੰਦਾ ਆ ਆਪਾਂ ਨੂੰ ਡਿਜ਼ਾਇਰਡ ਰਿਜ਼ਲਟ ਮਿਲਦਾ ਆ ਹੀਟ ਜਨਰੇਟ ਕਰਨ ਦਾ। ਸੋ the amount of heat depend upon the thermal conductivity, electrical resistance of the metal as well as the amount of time current is supplied। ਸੋ ਇਹਦੇ ਅੰਦਰ ਕੀ ਹੁੰਦਾ, ਮੇਨ ਚੀਜ਼ ਇਹਦੇ ਅੰਦਰ ਇਹ ਨੋਟ ਕਰਨ ਵਾਲੀ ਹੈ ਕਿ ਮਟੀਰੀਅਲ ਦੀ ਹਾਈ ਇਸ ਵੈਲਡਿੰਗ ਜੁਆਇੰਟ ਦਾ ਜੋ ਮੇਨ
ਕਿਤੇ ਡਿਪੈਂਡ ਹੁੰਦਾ ਇਸ ਵੈਲਡਿੰਗ ਜੁਆਇੰਟ ਕਿਹਦੇ ਤੇ ਡਿਪੈਂਡ ਹੁੰਦਾ। ਸਭ ਤੋਂ ਪਹਿਲਾਂ ਕਿ ਕਰੰਟ ਫਲੋ ਕਲੈਕਟਰੋਡਸ ਦੇ ਅੰਦਰ ਕਿੰਨਾ ਹੋ ਰਿਹਾ ਹੈ, ਐਂਡ ਇਲੈਕਟ੍ਰੀਕਲ ਰੈਜ਼ਿਸਟੈਂਸ ਵਰਕ ਪੀਸ ਦੀ ਕਿੰਨੀ ਹੈ, ਠੀਕ ਹੈ, ਉਸ ਦੀ ਵਰਕ ਪੀਸ ਦੀ ਥਰਮਲ ਕੰਡਕਟੀਵਿਟੀ ਕਿੰਨੀ ਆ। ਸੋ ਜਿੰਨੀ ਜ਼ਿਆਦਾ ਥਰਮਲ ਕੰਡਕਟੀਵਿਟੀ ਹੋਵੇ, ਜਿੰਨੀ ਜ਼ਿਆਦਾ ਇਲੈਕਟ੍ਰੀਕਲ ਰੈਜ਼ਿਸਟੈਂਸ ਹੋਵੇਗੀ ਵਰਕ ਪੀਸ ਦੀ, ਓਨਾ ਹੀ ਵਧੀਆ ਵੈਲਡਿੰਗ ਜੁਆਇੰਟ ਕ੍ਰੀਏਟ ਹੋਊਗਾ। ਸੋ ਆਪਾਂ I²/RT ਦੀ ਪਹਿਲਾਂ ਵੀ ਗੱਲ ਕੀਤੀ ਸੀ ਰੈਜ਼ਿਸਟੈਂਸ ਵੈਲਡਿੰਗ ਦੇ ਅੰਦਰ। ਸੋ ਹੁਣ ਵੀ ਆਪਾਂ ਇਹੀ ਗੱਲ ਕਰਦੇ ਹਾਂ ਕਿ ਜੋ ਹੀਟ ਦੀ ਜੋ ਇਕੁਏਸ਼ਨ ਆ, ਹੀਟ ਜਨਰੇਟ ਕਿਉਂ ਹੁੰਦੀ ਹੈ, ਕਿਉਂਕਿ ਇਹਦੇ ਅੰਦਰ 2-3 ਚੀਜ਼ਾਂ ਮੈਟਰ ਕਰਦੀਆਂ। ਇੱਕ ਤਾਂ ਮੈਟਰ ਕਰਦੀ ਆ ਕਰੰਟ, ਸੈਕਿੰਡ ਮੈਟਰ ਕਰਦਾ ਹੈ ਰੈਜ਼ਿਸਟੈਂਸ, ਐਂਡ ਦੀ ਥਰਡ ਮੈਟਰ ਚੀਜ਼ ਕਰਦੀ ਹੈ ਟਾਈਮ, ਠੀਕ ਹੈ, ਟਾਈਮਿੰਗ ਆਫ ਹੀਟ ਕਿੰਨੀ ਹੈ। ਸੋ ਸਪੌਟ ਵੈਲਡਿੰਗ ਕਿੱਥੇ ਯੂਜ਼ ਕੀਤੀ ਜਾਂਦੀ ਹੈ? ਆਟੋਮੋਬਾਈਲ ਇੰਡਸਟਰੀਜ਼, ਠੀਕ ਹੈ, ਐਰੋਸਪੇਸ ਵਿੱਚ ਯੂਜ਼ ਕੀਤੀ ਜਾਂਦੀ ਹੈ। ਸੋ ਇਹਦੇ ਅੰਦਰ ਆਪਾਂ ਕੀ ਹੋਰ ਕਿਤੇ ਯੂਜ਼ ਇਲੈਕਟ੍ਰੋਨਿਕ ਕੰਪੋਨੈਂਟਸ ਨੂੰ ਡਿਜ਼ਾਈਨ ਕਰਨ ਵਾਸਤੇ, ਵੈਲਡ ਕਰਨ ਵਾਸਤੇ, ਮੈਡੀਕਲ ਬਿਲਡਿੰਗਸ ਕੰਸਟਰਕਸ਼ਨ ਦੇ ਵਿੱਚ ਯੂਜ਼ ਹੁੰਦੀ ਹੈ। ਸੋ ਇਹਦੇ ਅੰਦਰ ਮੇਨ ਚੀਜ਼ ਉੱਥੇ ਯੂਜ਼ ਕਰਨੀ ਹੈ ਜਿੱਥੇ ਕਿ ਰੋਬੋਟਸ ਨੂੰ ਯੂਜ਼ ਕੀਤਾ ਜਾਂਦਾ। ਉਸ ਥਾਂ 'ਤੇ ਉੱਤੇ ਉਸ ਰੋਬੋਟਸ ਨੂੰ ਤਿਆਰ ਕਰਨ ਦੇ ਵਿੱਚ ਸਪੌਟ ਵੈਲਡਿੰਗ ਦਾ ਬਹੁਤ ਵੱਡਾ ਹੱਥ। ਸੋ ਇਹ ਤਾਂ ਸੀ ਆਪਣੀ ਸਪੌਟ ਵੈਲਡਿੰਗ ਦੀ ਆਪਾਂ ਪ੍ਰਿੰਸੀਪਲ ਜੋ ਹੈ, ਸੋ ਇਹਦੀ ਵਰਕਿੰਗ ਅਤੇ ਪ੍ਰਿੰਸੀਪਲ ਦੋਨੋਂ ਹੀ ਰੈਜ਼ਿਸਟੈਂਸ ਵੈਲਡਿੰਗ ਦੇ ਨਾਲ ਮੈਚ ਹੁੰਦਾ ਹੈ, ਠੀਕ ਹੈ। ਤੁਹਾਨੂੰ ਜੇਕਰ ਰੈਜ਼ਿਸਟੈਂਸ ਵੈਲਡਿੰਗ ਆਉਂਦੀ ਹੈ ਅਤੇ ਸਪੌਟ ਵੈਲਡਿੰਗ ਵੀ ਆ ਸਕਦੀ ਹੈ, ਕਿ ਦੋਨਾਂ ਦਾ ਸੇਮ ਵਰਕਿੰਗ ਹੈ, ਸੇਮ ਪ੍ਰਿੰਸੀਪਲ ਹੈ। ਸੋ ਕੋਈ ਵੀ ਤੁਹਾਨੂੰ ਡਾਊਟਸ ਹੋ ਤੁਸੀਂ ਮੈਨੂੰ ਪੁੱਛ ਸਕਦੇ ਆ।